ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੀ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, 22 ਨਵੰਬਰ ਤੋਂ ਪਾਰਲੀਮੈਂਟ ਮੁੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਜਾਣਗੇ ਉਹਨਾਂ ਦੇ ਵਾਸਤੇ ਜ਼ਰੂਰੀ ਹੈ ਕਿ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਉਹਨਾਂ ਦੇ ਲੱਗੀਆਂ ਹੋਣ। ਹੁਣ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਅਜਿਹੇ ਕਈ ਐਮਪੀਜ਼ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਨਹੀਂ ਲਗਾਈ। ਸੋ ਇਸ ਦੇ ਬਾਰੇ ਕੀ ਵਿਚਾਰ ਹਨ? ਬਿਲਕੁਲ ਜੀ, ਕਿਉਂਕਿ ਇੱਕ ਵੱਡਾ ਮੁੱਦਾ ਬਣਿਆ ਰਿਹਾ ਕੈਨੇਡਾ ਦੇ ਵਿੱਚ, ਖਾਸ ਕਰਕੇ ਸਿਆਸਤਦਾਨਾਂ ਲਈ ਕਿ ਕਿਹੜੇ-ਕਿਹੜੇ ਸਿਆਸਤਦਾਨਾਂ ਨੇ ਵੈਕਸੀਨ ਲਗਵਾਈ ਹੈ, ਕਿਹਨਾਂ ਨੇ ਨਹੀਂ ਲਗਵਾਈ। ਚੋਣਾਂ ਦੇ ਵਿੱਚ ਵੀ ਜਿਹੜਾ ਸੀ ਲਗਾਤਾਰ ਇਹਦਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਔਰ ਇਸ ਮੁੱਦੇ ਉੱਤੇ ਚੋਣਾਂ ਲੜੀਆਂ ਵੀ ਗਈਆਂ। ਖਾਸ ਕਰਕੇ ਜਦੋਂ ਜਸਟਿਨ ਟਰੂਡੋ ਕਹਿੰਦੇ ਸੀ ਕਿ ਉਹਨਾਂ ਦੇ ਜਿਹੜੇ ਸਾਰੇ ਕੈਂਡੀਡੇਟ ਹੋਣਗੇ ਪਾਰਟੀ ਦੇ, ਉਹ ਜਿਹੜੇ ਆ ਵੈਕਸੀਨੇਟਡ ਹੋਣਗੇ। ਇਸ ਤੋਂ ਬਾਅਦ ਜਗਮੀਤ ਸਿੰਘ ਹੋਣਾ ਵੱਲੋਂ ਵੀ ਕੁਝ ਇਸੇ ਤਰੀਕੇ ਦਾ ਐਲਾਨ ਕੀਤਾ ਗਿਆ ਔਰ ਇਹਦੇ ਨਾਲ ਜਿਹੜਾ ਸੀਗਾ ਫਿਰ ਕੰਜ਼ਰਵੇਟਿਵ ਤੋਂ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਉਹ ਵੀ ਕੋਈ ਇਸ ਤਰੀਕੇ ਦਾ ਐਲਾਨ ਕਰਨਗੇ, ਪਰ ਉਹਨਾਂ ਵੱਲੋਂ ਕੋਈ ਇੱਦਾਂ ਦਾ ਐਲਾਨ ਨਹੀਂ ਕੀਤਾ ਗਿਆ। ਇਹ ਜ਼ਰੂਰ ਕਿਹਾ ਸੀ ਕਿ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਆ ਉਹ ਰੋਜ਼ ਜਿਹੜੇ ਆ ਆਪਣੇ ਕੋਵਿਡ ਦੇ ਟੈਸਟ ਜਿਹੜੇ ਉਹ ਕਰਵਾਉਣਗੇ, ਚਾਹੇ ਉਹ ਰੈਪਿਡ ਟੈਸਟ ਹੋਣ ਚਾਹੇ ਕੋਈ ਹੋਰ ਟੈਸਟ ਕਰਵਾ ਸਕਦੇ ਆ। ਸੋ ਉਸ ਤੋਂ ਬਾਅਦ ਇਹ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਸੀ ਵੀ ਇਸ ਤਰੀਕੇ ਦੇ ਕੁਝ ਐਮਪੀ ਜ਼ਰੂਰ ਹੋ ਸਕਦੇ ਆ, ਖਾਸ ਕਰਕੇ ਕੰਜ਼ਰਵੇਟਿਵ ਦੇ ਵਿੱਚ, ਜਿਨ੍ਹਾਂ ਵੱਲੋਂ ਜਿਹੜੇ ਆ ਉਹ ਵੈਕਸੀਨ ਜਿਹੜੀ ਆ ਉਹ ਨਹੀਂ ਲਗਵਾਈ ਹੋਵੇਗੀ। ਕਿਉਂਕਿ ਗ੍ਰੀਨ ਪਾਰਟੀ ਦੇ ਜਿਹੜੇ ਇੱਕ ਦੋ ਐਮਪੀ ਆ ਉਹਨਾਂ ਦੇ ਵੈਕਸੀਨ ਦਾ ਦਾਅਵਾ ਕੀਤਾ ਗਿਆ। ਬਲਾਕ ਕਿਊਬਕ ਵਾਲੇ ਵੀ ਖੁੱਲ੍ਹ ਕੇ ਕਹਿ ਚੁੱਕੇ ਆ ਕਿ ਸਾਡੇ ਸਭ ਦੇ ਵੈਕਸੀਨ ਜਿਹੜੀ ਲੱਗੀ ਹੋਈ ਹੈ। ਕਹਿੰਦੇ ਜਿਹਨੇ ਨਹੀਂ ਲਗਵਾਈ ਉਹਨੂੰ ਕਹਿੰਦੇ ਵੀ ਪਾਰਲੀਮੈਂਟ ਵਿੱਚ ਨਹੀਂ ਹਾਜ਼ਰ ਹੋਣਾ ਚਾਹੀਦਾ, ਉਹ ਆਨਲਾਈਨ ਆਪਣੀ ਹਾਜ਼ਰੀ ਲਵਾਉਣ। ਫਿਰ ਉਸ ਤੋਂ ਬਾਅਦ ਇੱਕ ਵੱਡੀ ਬਹਿਸ ਉਦੋਂ ਛਿੜ ਗਈ ਜਦੋਂ ਬੀਤੇ ਦਿਨ ਆਪਾਂ ਦੱਸਿਆ ਵੀ ਸੀ ਦਰਸ਼ਕਾਂ ਨੂੰ ਕਿ ਇੱਕ ਇਹੋ ਜਿਹੀ ਪਾਲਿਸੀ ਬਣਾ ਦਿੱਤੀ ਗਈ ਆ ਜਿਹਦੇ ਵਿੱਚ ਕੋਈ ਵੀ ਅਨਵੈਕਸੀਨੇਟਡ ਬੰਦਾ ਜਿਹੜਾ ਆ ਉਹ ਹਾਊਸ ਆਫ ਕਾਮਨ ਵਿੱਚ ਐਂਟਰ ਨਹੀਂ ਕਰ ਸਕਦਾ, ਪਾਰਲੀਮੈਂਟ ਦੇ ਵਿੱਚ ਐਂਟਰ ਨਹੀਂ ਕਰ ਸਕਦਾ, ਜਿਹਦਾ ਵਿਰੋਧ ਕਰਨ ਦਾ ਐਲਾਨ ਜਿਹੜਾ ਸੀ ਕੀਤਾ ਆ। ਉਸ ਤੋਂ ਬਾਅਦ ਹੁਣ ਇਹ ਖਬਰ ਸਾਹਮਣੇ ਆਈ ਆ ਕਿ ਕੁਝ ਜਿਹੜੇ ਐਮਪੀ ਆ, ਕਿਉਂਕਿ ਜਿਹੜੇ ਮੇਨ ਸਟ੍ਰੀਮ ਦੇ ਮੀਡੀਆ ਉਹ ਪਹਿਲਾਂ ਤਾਂ ਸ਼ੰਕਾ ਹੀ ਜ਼ਾਹਰ ਕੀਤੀ ਜਾ ਰਹੀ ਸੀ, ਹੁਣ ਉਹਨਾਂ ਵੱਲੋਂ ਖਬਰਾਂ ਲਾਈਆਂ ਗਈਆਂ ਨੇ ਔਰ ਹੈਂਡਫੁੱਲ ਸ਼ਬਦ ਵਰਤਿਆ ਗਿਆ, ਭਾਵ ਕਿ ਕੁਝ ਕੁ ਜਿਹੜੇ ਮੁੱਠੀ ਭਰ ਐਮਪੀ ਇਦਾਂ ਦੇ ਹੈਗੇ ਆ ਕੰਜ਼ਰਵੇਟਿਵ ਦੇ ਜਿਨ੍ਹਾਂ ਦੇ ਵੈਕਸੀਨ ਹਾਲੇ ਤੱਕ ਨਹੀਂ ਲਗਾਈ, ਜੋ ਹਾਲੇ ਤੱਕ ਅਨਵੈਕਸੀਨੇਟਡ ਨੇ। ਸੋ ਇਹ ਇੱਕ ਖਬਰ ਹੁਣ ਨਿਕਲ ਕੇ ਸਾਹਮਣੇ ਆਈ ਆ। ਸੋ ਹੁਣ ਦੇਖਦੇ ਆ ਕਿ ਕਿਸ ਤਰੀਕੇ ਨਾਲ ਅੱਗੇ ਸਿਆਸਤ ਵੱਧਦੀ ਆ, ਕਿਉਂਕਿ ਸਥਿਤੀ ਜਿਹੜੀ ਆ ਥੋੜੀ ਕਸੂਤੀ ਬਣੀ ਹੋਈ ਆ। ਕਿਉਂਕਿ ਇੱਕ ਇਹ ਲਾਅ ਬਣਾ ਦਿੱਤਾ ਗਿਆ ਵਾ, ਇਹ ਪਾਲਿਸੀ ਬਣਾ ਦਿੱਤੀ ਗਈ ਆ ਕਿ ਬਿਨਾਂ ਵੈਕਸੀਨ ਦੇ ਕੋਈ ਵਿਅਕਤੀ ਜਿਹੜਾ ਵਾ ਉਹ ਪਾਰਲੀਮੈਂਟ 'ਚ ਦਾਖਲ ਨਹੀਂ ਹੋਵੇਗਾ। ਹੁਣ ਇਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਸੀ ਵੀ ਇਦਾਂ ਦਾ ਕੋਈ ਪਾਲਿਸੀ ਨਹੀਂ ਬਣਾਉਣੀ ਚਾਹੀਦੀ, ਕਿਉਂਕਿ ਸਾਰੇ ਚੁਣੇ ਹੋਏ ਨੁਮਾਇੰਦੇ ਨੇ ਔਰ ਕਹਿੰਦੇ ਵੀ ਜਿਹੜੀ ਕਮੇਟੀ ਵੱਲੋਂ ਪਾਲਿਸੀ ਬਣਾਈ ਗਈ ਆ ਉਹਦੇ ਵਿੱਚ ਸਿਰਫ ਕੁਝ ਐਮਪੀ ਜਿਹੜੇ ਉਹ ਸ਼ਾਮਲ ਨੇ, ਜਦਕਿ ਫੈਸਲਾ ਉਹ ਕਰ ਰਹੇ ਨੇ 338 ਐਮਪੀਆਂ ਦਾ, ਜੋ ਕਿ ਪੂਰੇ ਕੈਨੇਡਾ ਨੂੰ ਰਿਪਰੈਜ਼ੈਂਟ ਕਰਦੇ ਨੇ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਇਸ ਪਾਲਿਸੀ ਦਾ ਵਿਰੋਧ ਕਰਦੇ ਨੇ। ਸੋ ਹੁਣ ਇੱਥੇ ਪਰਖ ਦੀ ਘੜੀ ਐਰਨ ਅਟੂਲ ਹੋਣਾ ਵਾਸਤੇ ਵੀ ਆ, ਜਿਨ੍ਹਾਂ ਦਾ ਪਹਿਲਾਂ ਵੀ ਥੋੜਾ ਵਿਰੋਧ ਹੋਇਆ ਸੀ, ਉਹਨਾਂ ਦੀ ਲੀਡਰਸ਼ਿਪ ਰਿਵਿਊ ਦੀ ਮੰਗ ਕੀਤੀ ਜਾ ਰਹੀ ਸੀਗੀ, ਪਰ ਉਸ ਤੋਂ ਜਿਹੜਾ ਸੀ ਉਹ ਬਚ ਨਿਕਲੇ। ਪਰ ਹੁਣ ਉਹ ਕਿਸ ਤਰੀਕੇ ਨਾਲ ਉਹਨਾਂ ਐਮਪੀ ਜਿਹੜੇ ਹੈਗੇ ਆ, ਜਿਹੜੇ ਖਾਸ ਕਰਕੇ ਵੈਕਸੀਨ ਦਾ ਵਿਰੋਧ ਕਰ ਰਹੇ ਨੇ, ਜਿਨ੍ਹਾਂ ਨੇ ਖੁਦ ਵੈਕਸੀਨ ਨਹੀਂ ਲਗਵਾਈ ਆ, ਉਹਨਾਂ ਦੇ ਉਹ ਵੈਕਸੀਨ ਕਿਸ ਤਰੀਕੇ ਨਾਲ ਲਗਵਾਉਂਦੇ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਮਨਾਉਂਦੇ ਨੇ। ਕਿਉਂਕਿ ਇਸੇ ਮੁੱਦੇ ਉੱਤੇ ਜਸਟਿਨ ਟਰੂਡੋ ਕਹਿੰਦੇ ਸੀਗੇ ਕਿ ਜਦੋਂ ਐਰਨ ਅਟੂਲ ਨੇ ਵਾਅਦਾ ਕੀਤਾ ਸੀ ਕਿ ਉਹ ਜਿਹੜਾ ਵੈਕਸੀਨੇਸ਼ਨ ਰੇਟ ਹੈ, ਜੇਕਰ ਉਹਨਾਂ ਦੀ ਸਰਕਾਰ ਆਊਗੀ ਤਾਂ 90% ਦੇ ਪਾਰ ਉਹ ਲੈ ਜਾਣਗੇ। ਪਰ ਜਸਟਿਨ ਟਰੂਡੋ ਨੇ ਇਹ ਦਾਅਵਾ ਕੀਤਾ, ਕਹਿੰਦੇ ਵੀ ਜਿਹੜੇ ਆਪਣੀ ਟੀਮ ਨੂੰ, ਆਪਣੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ 100% ਕਹਿੰਦੇ ਵੈਕਸੀਨੇਟ ਨਹੀਂ ਕਰ ਸਕੇ ਜਾਂ 90% ਵੈਕਸੀਨ ਨਹੀਂ ਕਰ ਸਕੇ, ਤਾਂ ਕੈਨੇਡਾ ਨੂੰ ਕਿਵੇਂ ਉਸ ਮੁਕਾਮ ਤੱਕ ਲੈ ਕੇ ਜਾਣਗੇ। ਸੋ ਉਸ ਮੁੱਦੇ ਉੱਤੇ ਜਿਹੜਾ ਸੀ ਕੰਜ਼ਰਵੇਟਿਵ ਪਾਰਟੀ ਨੂੰ ਨੁਕਸਾਨ ਹੋਇਆ ਸੀ। ਹੁਣ ਚੋਣਾਂ ਹੋ ਚੁੱਕੀਆਂ ਨੇ, ਹੁਣ ਕੰਜ਼ਰਵੇਟਿਵ ਪਾਰਟੀ ਕੀ ਰਵੱਈਆ ਅਪਣਾਉਂਦੀ ਆ ਔਰ ਜਿਹੜੇ ਉਹ ਹੈਂਡਫੁੱਲ ਐਮਪੀਜ਼ ਦੀ ਗੱਲ ਕੀਤੀ ਜਾ ਰਹੀ ਹੈ, ਮੁੱਠੀ ਪਰ ਐਮਪੀ, ਕਿ ਉਹ ਫਿਰ ਹਾਊਸ ਆਫ ਕਾਮਨ ਦੇ ਵਿੱਚ ਨਹੀਂ ਦਾਖਲ ਹੋ ਸਕਣਗੇ ਜਦ ਤੱਕ ਇਹ ਪਾਲਿਸੀ ਲਾਗੂ ਰਹਿੰਦੀ ਆ, ਕਿ ਉਹ ਆਨਲਾਈਨ ਆਪਣੀ ਗੱਲ ਰੱਖਣਗੇ, ਕਿਸ ਤਰੀਕੇ ਨਾਲ ਉਹ ਸਹੁੰ ਚੁੱਕਣਗੇ। ਸੋ ਇਹ ਸਾਰੀਆਂ ਗੱਲਾਂ ਉੱਤੇ ਹੱਲੇ ਭੇਦ ਬਣਿਆ ਹੋਇਆ। ਸੋ ਦੇਖਦੇ ਆ ਕਿ ਕਿਸ ਤਰੀਕੇ ਨਾਲ ਜਦੋਂ 22 ਨਵੰਬਰ ਨੂੰ ਪਾਰਲੀਮੈਂਟ ਸ਼ੁਰੂ ਹੋਵੇਗੀ, ਉਸ ਤੋਂ ਪਹਿਲਾਂ ਇਸ ਮੁੱਦੇ ਉੱਤੇ ਹੋਰ ਕੀ ਸਿਆਸਤ ਜਿਹੜੀ ਉਹ ਹੁੰਦੀ ਹੈ। ਜੀ ਮਨਦੀਪ ਜੀ, ਫੈਡਰਲ ਵਰਕਰਸ ਦੇ ਵਾਸਤੇ ਵੀ ਲਿਬਰਲ ਸਰਕਾਰ ਦੇ ਵੱਲੋਂ ਕੋਵਿਡ-19 ਵੈਕਸੀਨ ਲਾਜ਼ਮੀ ਕਰ ਦਿੱਤੀ ਗਈ। ਹੁਣ ਇਸ ਦੇ ਬਾਰੇ ਵੀ ਅੱਜ ਇੱਕ ਐਲਾਨ ਕੀਤਾ ਗਿਆ ਹੈ, ਬੈਨੀਫਿਟ ਜਿਹੜੇ ਨੇ ਉਹਨਾਂ ਦਾ ਫਾਇਦਾ ਨਹੀਂ ਲੈ ਸਕਣਗੇ ਵਰਕਰਸ। ਸੋ ਇਸ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਕੀ ਅੱਜ ਸਰਕਾਰ ਵੱਲੋਂ ਇਸ ਬਾਰੇ ਕਿਹਾ ਗਿਆ ਹੈ ਜਿਹੜੇ ਵਰਕਰਸ ਕੋਵਿਡ-19 ਵੈਕਸੀਨ ਨਹੀਂ ਲਗਵਾਉਣਗੇ।
ਬਿਲਕੁਲ ਜੀ, ਕਿਉਂਕਿ ਪਹਿਲੋਂ ਪਹਿਲ ਤਾਂ ਸ਼ੁਰੂ 'ਚ ਕੁਝ ਇਸ ਤਰੀਕੇ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਕਿ ਵੈਕਸੀਨ ਜਦੋਂ ਆਊਗੀ ਇਹ ਚੁਆਇਸ ਹੋਊਗੀ ਲੋਕਾਂ ਦੀ ਕਿ ਉਹ ਲਗਵਾਉਣਾ ਚਾਹੁੰਦੇ ਨੇ ਜਾਂ ਨਹੀਂ ਲਗਵਾਉਣਾ ਚਾਹੁੰਦੇ, ਔਰ ਬਹੁਤ ਹੱਦ ਤੱਕ ਇਹ ਚੁਆਇਸ ਵੀ ਹੈਗੀ ਸੀ। ਪਰ ਹੁਣ ਕਈ ਥਾਵਾਂ ਤੇ ਇੰਜ ਲੱਗ ਰਿਹਾ ਕਿ ਚੁਆਇਸ ਤੇ ਜਿਹੜੀ ਆ ਇਹ ਚੁਣਨੀ ਥੋੜੀ ਔਖੀ ਹੋ ਗਈ ਆ, ਔਰ ਖਾਸ ਕਰਕੇ ਉਹਨਾਂ ਥਾਵਾਂ ਤੇ ਜਿੱਥੇ ਮੁਲਾਜ਼ਮਾਂ ਲਈ, ਕੰਮ ਕਰਨ ਵਾਲਿਆਂ ਲਈ ਇਹ ਲਾਜ਼ਮੀ ਕਰ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਇੱਥੇ ਕੰਮ ਕਰਨਾ, ਇਸ ਸੈਕਟਰ ਦੇ ਵਿੱਚ ਕੰਮ ਕਰਨਾ, ਜਾਂ ਤੁਸੀਂ ਫੈਡਰਲ ਅਧਿਕਾਰੀ ਹੋ, ਜਿੱਥੇ ਜਿੱਥੇ ਵੀ ਜਿਹੜਾ ਅਨਾਉਂਸਮੈਂਟ ਕੀਤੀ ਗਈ ਆ ਕਿ ਜਿਹੜੀ ਸਾਡੇ ਕਾਮਿਆਂ ਦੇ ਜਿਹੜੀ ਵੈਕਸੀਨ ਆ ਉਹ ਲੱਗੀ ਹੋਣੀ ਚਾਹੀਦੀ ਆ, ਸੋ ਉੱਥੇ ਹੁਣ ਇਹ ਚੁਆਇਸ ਬਹੁਤ ਔਖੀ ਹੈ। ਕਿਉਂਕਿ ਹੁਣ ਹਾਲਾਤ ਇੱਥੋਂ ਤੱਕ ਆ ਗਏ ਵੀ ਜਾਂ ਤਾਂ ਤੁਸੀਂ ਵੈਕਸੀਨ ਲਗਵਾ ਲਓ, ਨਹੀਂ ਤਾਂ ਫਿਰ ਜਿਹੜੀ ਆ ਤੁਹਾਡੀ ਜੌਬ ਵੀ ਜਾਂਦੀ ਲੱਗੇਗੀ। ਔਰ ਹੁਣ ਇਹ ਵੀ ਐਲਾਨ ਹੋ ਗਿਆ ਕਿ ਉਹ ਕਾਮੇ ਜਿਨ੍ਹਾਂ ਦੀ ਜੌਬ ਇਸ ਕਰਕੇ ਜਾਵੇਗੀ ਕਿ ਉਹਨਾਂ ਨੇ ਵੈਕਸੀਨ ਨਹੀਂ ਲਗਵਾਈ, ਜਿੱਥੇ ਉਹ ਕੰਮ ਕਰਦੇ ਨੇ ਉੱਥੇ ਉਹ ਐਲਾਨ ਹੋਇਆ ਕਿ ਜੇਕਰ ਤੁਸੀਂ ਇੱਥੇ ਜੌਬ ਕਰਨੀ ਹੈ ਤਾਂ ਤੁਹਾਡੇ ਵੈਕਸੀਨ ਲੱਗੀ ਹੋਣੀ ਚਾਹੀਦੀ ਆ। ਔਰ ਉਸ ਤੋਂ ਬਾਅਦ ਜੇਕਰ ਤੁਹਾਡੀ ਜੌਬ ਜਾਂਦੀ ਆ ਔਰ ਉਹ ਜਿਹੜੀ ਡੈਡਲਾਈਨ ਆ ਉਹ ਲੰਘ ਜਾਂਦੀ ਆ, ਉਸ ਤੋਂ ਬਾਅਦ ਫਿਰ ਤੁਸੀਂ ਇੰਪਲੋਇਮੈਂਟ ਇੰਸ਼ੋਰੈਂਸ ਦਾ ਜਿਹੜਾ ਫਾਇਦਾ ਆ ਉਹ ਨਹੀਂ ਲੈ ਸਕੋਗੇ, ਤੁਸੀਂ ਉਹ ਅਪਲਾਈ ਨਹੀਂ ਕਰ ਸਕੋਗੇ। ਸੋ ਇਹ ਵੀ ਇੱਕ ਵੱਡਾ ਝਟਕਾ ਹੋਊਗਾ ਉਹਨਾਂ ਲਈ, ਕਿਉਂਕਿ ਜਦੋਂ ਤੁਸੀਂ ਤੁਹਾਡੀ ਜੌਬ ਚਲੀ ਜਾਂਦੀ ਆ ਤਾਂ ਜਿਹੜੀ ਇੰਪਲੋਇਮੈਂਟ ਇੰਸ਼ੋਰੈਂਸ ਤੁਹਾਡੀ ਤਨਖਾਹ 'ਚੋਂ ਕੱਟੀ ਜਾਂਦੀ ਆ, ਫਿਰ ਉੱਥੋਂ ਤੁਹਾਡੇ ਪੈਸੇ ਆ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ। ਜੇਕਰ ਤੁਸੀਂ ਬੇਰੁਜ਼ਗਾਰ ਵੀ ਹੋ ਤਾਂ ਕੋਈ ਨਾ ਕੋਈ ਵਿੱਤੀ ਸਹਾਇਤਾ ਜਿਹੜੀ ਆ ਤੁਹਾਨੂੰ ਆਉਂਦੀ ਰਹਿੰਦੀ ਆ। ਪਰ ਹੁਣ ਜੇਕਰ ਇਸ ਕਰਕੇ ਤੁਹਾਡੀ ਜੌਬ ਜਿਹੜੀ ਉਹ ਜਾਵੇਗੀ ਕਿ ਤੁਸੀਂ ਵੈਕਸੀਨ ਨਹੀਂ ਲਗਵਾਈ, ਤਾਂ ਉੱਥੇ ਸਰਕਾਰ ਨੇ ਝਟਕਾ ਦਿੱਤਾ ਹੈ ਕਿ ਫਿਰ ਤੁਸੀਂ ਇੰਪਲੋਇਮੈਂਟ ਇੰਸ਼ੋਰੈਂਸ ਦੇ ਜਿਹੜੇ ਬੈਨੀਫਿਟਸ ਆ ਉਹ ਨਹੀਂ ਲੈ ਸਕੋਗੇ। ਸੋ ਇਹ ਵੀ ਇੱਕ ਸਖਤ ਫੈਸਲਾ ਆ। ਸੋ ਬਹੁਤ ਹੱਦ ਤੱਕ ਲੱਗਦਾ ਹੈ ਕਿ ਉਹਨਾਂ ਲੋਕਾਂ ਨੂੰ ਇਹ ਮਜਬੂਰ ਕਰੇਗੀ ਜਿਹੜੇ ਇਸ ਜਿੱਦ ਤੇ ਅੜੇ ਬੈਠੇ ਨੇ ਕਿ ਅਸੀਂ ਵੈਕਸੀਨ ਜਿਹੜੀ ਉਹ ਨਹੀਂ ਲਗਵਾਉਣੀ, ਕਿਉਂਕਿ ਸਰਕਾਰ ਦੀ ਪਾਲਿਸੀ ਇਸ ਵਕਤ ਇਹੀ ਆ ਕਿ ਜੇਕਰ ਕੋਵਿਡ ਨੂੰ ਕਾਬੂ ਕਰਨਾ ਆ ਤਾਂ ਵੱਧ ਤੋਂ ਵੱਧ ਲੋਕਾਂ ਦੀ ਜਿਹੜੀ ਵੈਕਸੀਨ ਹੈ ਉਹ ਲੱਗੀ ਹੋਣੀ ਚਾਹੀਦੀ ਆ। ਸੋ ਜਿਸ ਤਰੀਕੇ ਨਾਲ ਹੁਣ ਵੀ ਜਿਹੜੇ ਪਲਾਨ ਐਲਾਨੇ ਜਾ ਰਹੇ ਨੇ, ਦੁਬਾਰਾ ਰੀਓਪਨਿੰਗ ਦੇ ਪਲਾਨ ਐਲਾਨੇ ਜਾ ਰਹੇ ਨੇ, ਔਰ ਉਸ ਦੇ ਵਿੱਚ ਵੀ ਹੁਣ ਇਹੀ ਦੇਖਿਆ ਜਾ ਰਿਹਾ ਕਿ ਵੈਕਸੀਨੇਸ਼ਨ ਰੇਟ ਜਿਹੜਾ ਕਿੱਥੇ ਕਿੰਨਾ ਹੋਵੇਗਾ। ਹੁਣ ਤਾਂ ਗੱਲ ਚੱਲ ਰਹੀ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਹੋ ਸਕਦਾ ਕਿ ਅਪਰੂਵਲ ਮਿਲ ਜਾਵੇ 5 ਤੋਂ 11 ਸਾਲ ਦੇ ਬੱਚਿਆਂ ਲਈ, ਜਿਹੜੀ ਸਬਮਿਟ ਕੀਤੀ ਹੋਈ ਆ ਫਾਈਜ਼ਰ ਨੇ ਹੈਲਥ ਕੈਨੇਡਾ ਦੇ ਕੋਲ ਦਵਾਈ ਵੈਕਸੀਨ, ਜੇ ਉਹਨੂੰ ਅਪਰੂਵਲ ਮਿਲਦੀ ਆ ਤਾਂ 5 ਤੋਂ 11 ਸਾਲ ਦੇ ਬੱਚਿਆਂ ਦੇ ਵੈਕਸੀਨ ਲੱਗਣੀ ਸ਼ੁਰੂ ਹੋ ਜਾਵੇਗੀ। ਸੋ ਜਿਹੜੇ ਕੰਮ ਕਰਦੇ ਨੇ, ਜਿਹੜੇ ਕਿਸੇ ਵੀ ਖੇਤਰ ਵਿੱਚ ਆ, ਚਾਹੇ ਜਿਸ ਤਰੀਕੇ ਨਾਲ ਆਪਾਂ ਚਰਚਾ ਕਰਦੇ ਰਹਿੰਦੇ ਆ ਕਿਊਬਕ ਦੇ ਵਿੱਚ ਜਿਹੜੇ ਹੈਲਥ ਵਰਕਰ ਆ, BC ਵਿੱਚ ਜਿਹੜੇ ਕੁਝ ਕੁ ਹਜ਼ਾਰ ਹੈਲਥ ਵਰਕਰ ਰਹਿੰਦੇ ਆ, ਸੋ ਉਹਨਾਂ ਸਾਰਿਆਂ ਲਈ ਇਹ ਮੁਸ਼ਕਲ ਦੀ ਘੜੀ ਹੋ ਸਕਦੀ ਹੈ ਜੇਕਰ ਇਸੇ ਤਰੀਕੇ ਦੀਆਂ ਨੀਤੀਆਂ ਜਿਹੜੀਆਂ ਹਰ ਥਾਂ ਤੇ ਅਪਣਾਈਆਂ ਜਾਂਦੀਆਂ ਨੇ। ਕਿਉਂਕਿ ਅਨਪੇਡ ਲੀਵ ਤੇ ਭੇਜਣ ਵਾਲੀ ਗੱਲ ਵੀ ਕੀਤੀ ਜਾ ਰਹੀ ਹੈ ਤੇ ਹੁਣ ਇਹ ਵੀ ਐਲਾਨ ਕਰ ਦਿੱਤਾ ਗਿਆ ਕਿ ਇੰਪਲੋਇਮੈਂਟ ਇੰਸ਼ੋਰੈਂਸ ਦੇ ਵੀ ਬੈਨੀਫਿਟ ਜਿਹੜੇ ਉਹ ਲੋਕ ਨਹੀਂ ਲੈ ਸਕਣਗੇ ਜਿਨ੍ਹਾਂ ਦੀ ਇਸ ਕਰਕੇ ਜੌਬ ਜਾਂਦੀ ਹੈ ਕਿ ਉਹਨਾਂ ਦੇ ਵੈਕਸੀਨ ਨਹੀਂ ਲੱਗੀ। ਜੀ ਮਨਦੀਪ ਜੀ, ਲਗਾਤਾਰ ਹੁਣ ਕੈਨੇਡਾ ਸਰਕਾਰ ਵੱਲੋਂ ਯਾਤਰਾ ਦੇ ਨਾਲ ਸੰਬੰਧਿਤ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ, ਕੁਝ ਨਵੇਂ ਐਲਾਨ ਕੀਤੇ ਜਾ ਰਹੇ ਨੇ, ਰਾਹਤ ਦਿੱਤੀ ਜਾ ਰਹੀ ਹੈ। ਜਿਹੜੀ ਕੈਨੇਡਾ ਸਰਕਾਰ ਵੱਲੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਉਸ ਬਾਰੇ ਵੀ ਅੱਜ ਸਰਕਾਰ ਦਾ ਵੱਡਾ ਬਿਆਨ ਸਾਹਮਣੇ ਆਇਆ। ਸੋ ਸਰਕਾਰ ਵੱਲੋਂ ਇਸ ਬਾਰੇ ਕੀ ਜਾਣਕਾਰੀ ਦਿੱਤੀ ਗਈ ਹੈ? ਬਿਲਕੁਲ ਜੀ, ਕੈਨੇਡਾ ਸਰਕਾਰ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਆਪਣੇ ਨਾਗਰਿਕਾਂ ਲਈ ਜਿਹੜੀਆਂ ਉਹ ਵੱਖ-ਵੱਖ ਟਰੈਵਲ ਐਡਵਾਈਜ਼ਰੀਜ਼ ਜਿਹੜੀਆਂ ਜਾਰੀ ਕੀਤੀਆਂ ਜਾਂਦੀਆਂ ਨੇ, ਖਾਸ ਕਰਕੇ ਉਦੋਂ ਜਦੋਂ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਹਾਲਾਤ ਖਰਾਬ ਹੋਣ ਔਰ ਉੱਥੇ ਜਾਣ ਤੋਂ ਲੋਕਾਂ ਨੂੰ ਆਮ ਤੌਰ ਤੇ ਵਰਜਿਆ ਜਾਂਦਾ। ਔਰ ਜੇਕਰ ਤੁਸੀਂ ਵੈਬਸਾਈਟ ਖੋਲ ਕੇ ਦੇਖੋ ਔਰ ਜਾ ਕੇ ਉੱਥੇ ਤੁਸੀਂ ਟਰੈਵਲ ਐਡਵਾਈਜ਼ਰੀ ਦੇਖਦੇ ਹੋ ਤਾਂ ਉੱਥੇ ਤੁਸੀਂ ਬਹੁਤ ਬਰੀਕੀ ਨਾਲ ਦੇਖੋਗੇ ਕਿ ਪੰਜਾਬ ਦੇ ਉਹਨਾਂ ਨੇ ਜਿਹੜੇ ਬਾਰਡਰ ਵਾਲੇ ਪਿੰਡ ਆ ਉਹ ਵੀ ਸ਼ਾਮਲ ਕੀਤੇ ਹੋਏ ਆ, ਗੁਜਰਾਤ ਦੇ ਜਿਹੜੇ ਪਾਕਿਸਤਾਨ ਦਾ ਬਾਰਡਰ ਵਾਲੇ ਪਿੰਡ ਆ, ਔਰ ਹੋਰ ਜਿਹੜੇ ਦੂਜੇ ਪਾਸੇ ਨਾਰਥ ਈਸਟ ਇੰਡੀਆ ਦੇ ਵਿੱਚ ਜਿਹੜੀਆਂ ਚਾਈਨਾ ਨਾਲ ਲੱਗਦੀਆਂ ਸਟੇਟਾਂ ਨੇ, ਉੱਥੇ ਜਿਹੜੇ ਬਾਰਡਰ ਵਾਲਾ ਇਲਾਕਾ ਆ ਉੱਥੇ ਤੱਕ ਵੀ ਟਰੈਵਲ ਐਡਵਾਈਜ਼ਰਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਤੁਸੀਂ ਕੋਈ ਐਸੈਂਸ਼ੀਅਲ ਵਰਕਰ ਨਹੀਂ ਆ ਜਾਂ ਕੋਈ ਕੰਮ ਨਹੀਂ ਜ਼ਰੂਰੀ ਤਾਂ ਤੁਸੀਂ ਉੱਥੇ ਜਾਣ ਤੋਂ ਥੋੜਾ ਪਰਹੇਜ਼ ਕਰੋ। ਸੋ ਇਸੇ ਤਰੀਕੇ ਨਾਲ ਕੋਵਿਡ ਦੇ ਦੌਰਾਨ ਤਾਂ ਬਹੁਤ ਸਾਰੇ ਮੁਲਕ ਇਹਦੇ ਵਿੱਚ ਸ਼ਾਮਲ ਕਰ ਲਏ ਗਏ ਸੀ, ਜਿੱਥੇ ਕੋਵਿਡ ਦੇ ਕੇਸ ਵੱਧਦੇ ਸੀਗੇ ਉੱਥੇ ਲਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਸੀ। ਵੱਖ-ਵੱਖ ਮੁਲਕ ਜਿਹੜੇ ਜਾਰੀ ਕਰਦੇ ਨੇ, ਭਾਰਤ ਵੀ ਜਾਰੀ ਕਰਦਾ, ਕੈਨੇਡਾ ਵੀ, ਅਮਰੀਕਾ ਵੀ, ਸਾਰੇ ਮੁਲਕ ਜਾਰੀ ਕਰਦੇ ਨੇ। ਸੋ ਉਹ ਜਿਹੜੀਆਂ ਵਾ ਹੁਣ ਹਟਾ ਦਿੱਤੀਆਂ ਗਈਆਂ ਨੇ ਚੁੱਪ-ਚਪੀਤੇ। ਪਰ ਜਿਹੜੇ ਡਾਕਟਰ ਨੇ, ਡਾਕਟਰ ਥੈਰੇਸਾ ਟੈਮ ਜਿਹੜੇ ਨੇ, ਉਹਨਾਂ ਵੱਲੋਂ ਕਿਹਾ ਗਿਆ ਕਿ ਭਾਵੇਂ ਇਹ ਜਿਹੜੀਆਂ ਟਰੈਵਲ ਐਡਵਾਈਜ਼ਰੀਆਂ ਹਟਾ ਦਿੱਤੀਆਂ ਗਈਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜਿਹੜਾ ਵਾ ਹੁਣ ਆਰਾਮ ਨਾਲ ਕਿਤੇ ਵੀ ਜੇਕਰ ਤੁਹਾਨੂੰ ਲੋੜ ਨਹੀਂ ਵੀ ਆ ਤਾਂ ਵੀ ਤੁਸੀਂ ਘੁੰਮਣ ਚਲੇ ਜਾਓ। ਕਹਿੰਦੇ ਵੀ ਕੋਵਿਡ ਹੱਲੇ ਵੀ ਖਤਮ ਨਹੀਂ ਹੋਇਆ, ਹੱਲੇ ਵੀ ਅਹਤਿਆਤ ਵਰਤਣ ਦੀ ਲੋੜ ਆ। ਔਰ ਜੇਕਰ ਤੁਹਾਡਾ ਸਰਦਾ ਆ, ਕੋਈ ਜ਼ਰੂਰੀ ਕੰਮ ਨਹੀਂ ਆ ਤਾਂ ਤੁਸੀਂ ਨਾ ਜਾਓ, ਤੁਸੀਂ ਆਪਣੇ ਘਰ ਰਹੋ, ਆਪਣੇ ਮੁਲਕ 'ਚ ਰਹੋ। ਸੋ ਇਸ ਤਰੀਕੇ ਦੀ ਸਲਾਹ ਵੀ ਉਹਨਾਂ ਵੱਲੋਂ ਦਿੱਤੀ ਗਈ ਆ। ਪਰ ਕੈਨੇਡਾ ਸਰਕਾਰ ਨੇ ਅਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਕੈਨੇਡਾ ਤੋਂ ਬਾਹਰ ਜਾਣ ਦੇ, ਘੁੰਮਣ ਦੇ ਸ਼ੌਕੀਨ ਨੇ, ਵੱਖ-ਵੱਖ ਮੁਲਕਾਂ 'ਚ ਜਾਣ ਦੇ, ਉਹਨਾਂ ਲਈ ਜਿਹੜੀ ਥੋੜੀ ਰਾਹਤ ਜ਼ਰੂਰ ਦਿੱਤੀ ਹੈ। ਜੀ
ਮਨਦੀਪ ਜੀ, ਪਿਛਲੇ ਮਹੀਨੇ ਨੋਵਾ ਸਕੋਸ਼ੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ। ਨਾਮ ਇਸ ਦਾ ਪ੍ਰਭਜੋਤ ਸਿੰਘ ਹੈ ਤੇ ਹੁਣ ਪੁਲਿਸ ਵੱਲੋਂ ਇਸ ਬਾਰੇ ਅਪਡੇਟ ਸਾਂਝੀ ਕੀਤੀ ਗਈ ਹੈ। ਕੀ ਇਸ ਬਾਰੇ ਹੁਣ ਪੁਲਿਸ ਵੱਲੋਂ ਦੱਸਿਆ ਗਿਆ? ਬਿਲਕੁਲ ਜੀ, ਲਗਭਗ 23 ਸਾਲ ਦੀ ਉਮਰ ਸੀ ਇਸ ਨੌਜਵਾਨ ਦੀ, ਪ੍ਰਭਜੀਤ ਖੱਤਰੀ ਦੀ। ਔਰ ਜਦੋਂ ਇਸ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਬਹੁਤ ਵੱਡੀ ਚਰਚਾ ਹੋਈ ਸੀ ਪੂਰੇ ਕੈਨੇਡਾ ਦੇ ਵਿੱਚ। ਔਰ ਇੰਨੀ ਵੱਡੀ ਚਰਚਾ ਹੋਈ ਸੀ ਕਿ ਜਦੋਂ ਇੱਥੇ ਇਲੈਕਸ਼ਨ ਚੱਲ ਰਹੇ ਸੀਗੇ, ਜਸਟਿਨ ਟਰੂਡੋ ਸਰੀ ਆਏ ਹੋਏ ਸੀ ਔਰ ਸਰੀ ਜਿਹੜੀ ਉਹਨਾਂ ਨੇ ਰੈਲੀ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਪ੍ਰਭਜੋਤ ਦਾ ਖਾਸ ਤੌਰ ਜਿਹੜਾ ਸੀ ਉਹ ਜ਼ਿਕਰ ਕੀਤਾ ਸੀ। ਨਾਲ ਹੀ ਇਹ ਗੱਲ ਵੀ ਮੰਨੀ ਸੀ ਕਿ ਕੈਨੇਡਾ ਦੇ ਵਿੱਚ ਜਿਹੜਾ ਰੇਸਿਜ਼ਮ ਆ ਉਹ ਬਿਲਕੁਲ ਇੱਥੇ ਹੱਲੇ ਹੈਗਾ ਆ, ਉਹ ਹੁੰਦਾ ਆ। ਸੋ ਉਸ ਤੋਂ ਬਾਅਦ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ, ਵੱਡੀਆਂ ਰੈਲੀਆਂ ਹੋਈਆਂ, ਕੈਂਡਲ ਮਾਰਚ ਹੋਏ ਕਿ ਜਿਹੜਾ ਇਨਸਾਫ ਮਿਲਣਾ ਚਾਹੀਦਾ। ਪੁਲਿਸ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਸੀਗਾ, ਸੋ ਪੁਲਿਸ ਨੇ ਉਦੋਂ ਵੀ ਕੁਝ ਕਾਰਵਾਈ ਕਰਕੇ ਦਿਖਾਈ ਸੀ। ਪਰ ਹੁਣ ਪੁਲਿਸ ਵੱਲੋਂ ਜਿਹੜਾ ਵਾ ਤਿੰਨ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਵਿੱਚੋਂ ਕੁਝ ਨੂੰ ਚਾਰਜ ਕੀਤਾ ਗਿਆ, ਕੁਝ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਦੀ ਗ੍ਰਿਫਤਾਰੀ ਹੋਈ ਆ ਜਿਹਨੂੰ ਪੇਸ਼ੀ ਆਉਣ ਤੇ ਸ਼ਰਤ ਰਿਲੀਜ਼ ਕਰ ਦਿੱਤਾ ਗਿਆ। ਪਰ ਉਹਦੇ ਤੇ ਦੋਸ਼ ਇਹ ਨੇ ਕਿ ਉਹਨੇ ਜਿਹੜਾ ਕਾਤਲ ਸੀਗਾ, ਜੋ ਪੁਲਿਸ ਨੂੰ ਲੱਗ ਰਿਹਾ ਕਿ ਜਿਹੜਾ ਸ਼ੱਕੀ ਕਾਤਲ ਆ, ਉਹਦੀ ਮਦਦ ਕੀਤੀ ਭੱਜਣ ਦੇ ਵਿੱਚ ਔਰ ਪੁਲਿਸ ਨਾਲ ਜਿਹੜਾ ਸੀ ਉਹ ਝਗੜਾ ਕੀਤਾ ਅਤੇ ਗੱਡੀ ਜਿਹੜੀ ਸੀ ਉਹ ਗਲਤ ਤਰੀਕੇ ਨਾਲ ਡਰਾਈਵ ਕੀਤੀ। ਗੱਡੀ ਭਜਾਈ ਜਿਹੜੀ ਸੀ ਕੁਝ ਇਸ ਤਰੀਕੇ ਦਾ ਉਹਨੇ, ਜਾਂ ਇਹ ਕਹਿ ਸਕਦੇ ਆ ਕਿ ਉਹ ਗੱਡੀ ਡਰਾਈਵ ਕਰ ਰਿਹਾ ਸੀ ਜਿਹੜੀ ਗੱਡੀ ਦੇ ਵਿੱਚ ਕਾਤਲ ਭੱਜਿਆ ਸੀਗਾ। ਸੋ ਉਹਨੂੰ ਉਸ ਮਾਮਲੇ ਵਿੱਚ ਚਾਰਜ ਕੀਤਾ ਗਿਆ ਡੇਂਜਰਸ ਡਰਾਈਵਿੰਗ ਦੇ ਵਿੱਚ, ਔਰ ਇਹਦੇ ਨਾਲ ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਦੇ ਮਾਮਲੇ 'ਚ ਚਾਰਜ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਜਿਹੜਾ ਸ਼ੱਕੀ ਆ ਹੱਲੇ ਫਰਾਰ ਆ, ਜਿਸ ਨੂੰ ਇਸ ਸਾਰੇ ਮਾਮਲੇ ਵਿੱਚ ਮੁੱਖ ਦੋਸ਼ੀ ਮੰਨਿਆ ਜਾ ਰਿਹਾ, ਜਿਹਦਾ ਨਾਮ ਹੱਲੇ ਜਾਰੀ ਨਹੀਂ ਕੀਤਾ ਗਿਆ ਔਰ ਨਾ ਹੀ ਹੱਲੇ ਚਾਰਜ ਕੀਤਾ ਗਿਆ। ਇੱਕ ਹੋਰ ਨੌਜਵਾਨ ਆ ਜਿਹਦੀ ਉਮਰ ਵੀ 20 ਸਾਲ ਦੇ ਨੇੜੇ ਤੇੜੇ ਦੱਸੀ ਜਾ ਰਹੀ ਆ, ਉਹਦੇ ਉੱਤੇ ਵੀ ਇਸੇ ਤਰੀਕੇ ਨਾਲ ਜਿਹੜਾ ਕਾਤਲ ਸੀਗਾ ਉਹਦੀ ਮਦਦ ਕਰਨ ਦੇ ਦੋਸ਼ ਲਾਏ ਜਾ ਰਹੇ ਨੇ। ਸੋ ਤਿੰਨੇ ਕਿਤੇ ਨਾ ਕਿਤੇ ਹੁਣ ਪੁਲਿਸ ਦੀਆਂ ਨਜ਼ਰਾਂ ਵਿੱਚ ਨੇ, ਜਿਸ ਤੋਂ ਕੁਝ ਪੁਲਿਸ ਦੀ ਗ੍ਰਿਫਤ ਵਿੱਚ ਵੀ ਆ ਚੁੱਕੇ ਨੇ, ਜਿਸ ਤੋਂ ਇਹ ਆਸ ਜ਼ਰੂਰ ਵੱਜੀ ਆ ਕਿ ਪ੍ਰਭਜੋਤ ਨੂੰ ਜਿਹੜਾ ਹੁਣ ਇਨਸਾਫ ਜਿਹੜਾ ਮਿਲ ਸਕਦਾ ਆ। ਔਰ ਖਾਸ ਤੌਰ ਤੇ ਜਿਹੜਾ ਨੋਵਾ ਸਕੋਸ਼ੀਆ ਦੇ ਵਿੱਚ ਜਿਹੜਾ ਭਾਈਚਾਰਾ ਰਹਿੰਦਾ ਹੈ, ਖਾਸ ਕਰਕੇ ਜਿਹੜੇ ਨੌਜਵਾਨ ਉੱਥੇ ਜਾਂਦੇ ਨੇ, ਕਿਉਂਕਿ ਜਿਹੜੇ PR ਦੀਆਂ ਜਿਹੜੀਆਂ ਕੁਝ ਉੱਥੇ ਬੰਦਿਸ਼ਾਂ ਨੇ, ਥੋੜ੍ਹੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਥੋੜ੍ਹੀਆਂ ਹਲਕੀਆਂ ਨੇ ਉੱਥੇ, ਜਲਦੀ ਜਿਹੜਾ ਵਾ, ਕਿਉਂਕਿ ਉੱਥੇ ਆਬਾਦੀ ਕਾਫੀ ਘੱਟ ਹੈ, ਇਮੀਗ੍ਰੇਸ਼ਨ ਦੇ ਜਿਹੜੇ ਕਾਨੂੰਨ ਥੋੜ੍ਹੇ ਉਸ ਪ੍ਰੋਵਿੰਸ ਦੇ ਥੋੜ੍ਹੇ ਹਲਕੇ ਨੇ, ਇਸ ਕਰਕੇ ਉੱਥੇ ਬਹੁਤ ਸਾਰੇ ਨੌਜਵਾਨ ਅੱਜ ਕੱਲ੍ਹ ਜਾ ਰਹੇ ਨੇ, ਉੱਥੇ ਹੈਗੇ ਵੀ ਨੇ। ਸੋ ਥੋੜੇ ਘਬਰਾਏ ਹੋਏ ਸੀ ਇਸ ਘਟਨਾ ਤੋਂ ਬਾਅਦ ਕਿ ਉਹ ਆਪਣੇ ਆਪ ਨੂੰ ਸੇਫ ਸੁਰੱਖਿਅਤ ਨਹੀਂ ਕਰ ਰਿਹਾ ਸੀ, ਜਿਸ ਤਰੀਕੇ ਨਾਲ ਪ੍ਰਭਜੋਤ ਦਾ ਦਰਦਨਾਕ ਤਰੀਕੇ ਨਾਲ ਕਤਲ ਹੋਇਆ ਸੀਗਾ। ਸੋ ਇਸ ਤੋਂ ਬਾਅਦ ਉਹਨਾਂ ਨੂੰ ਵੀ ਆਸ ਵੱਜੇਗੀ ਕਿ ਉਹਨਾਂ ਨੂੰ ਵੀ ਇਨਸਾਫ ਉੱਥੇ ਮਿਲਿਆ, ਕਿਉਂਕਿ ਉਹ ਸਾਰੇ ਪ੍ਰਭਜੋਤ ਨੂੰ ਆਪਣੇ ਆਪ ਨਾਲ ਜੋੜ ਕੇ ਦੇਖ ਰਹੇ ਆ। ਸੋ ਇਸ ਕਰਕੇ ਉਮੀਦ ਕੀਤੀ ਜਾ ਰਹੀ ਹੈ, ਜਿਸ ਤਰੀਕੇ ਨਾਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ, ਕਿ ਜਿਹੜਾ ਕਾਤਲ ਹੈ ਜਲਦ ਉਹ ਚਾਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਜਲਦ ਇਸ ਮਾਮਲੇ 'ਚ ਇਨਸਾਫ ਮਿਲੇਗਾ। ਜੀ, ਇੱਕ ਅਜਿਹਾ ਹੋਰ ਮਾਮਲਾ ਸਾਹਮਣੇ ਆਇਆ ਸੀ। ਬਰੈਂਪਟਨ ਦੇ ਵਿੱਚ ਪੰਜਾਬੀ ਦਾ ਕਤਲ ਕੀਤਾ ਗਿਆ ਸੀ, ਉਸਦਾ ਨਾਮ ਅਮਨਜੋਤ ਬੈਂਸ ਹੈ। ਉਸ ਮਾਮਲੇ ਸੰਬੰਧੀ ਵੀ ਪੁਲਿਸ ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ। ਇਸ ਬਾਰੇ ਹੁਣ ਪੁਲਿਸ ਦਾ ਕੀ ਕਹਿਣਾ ਹੈ? ਜੀ ਬਿਲਕੁਲ, ਪਿਛਲੇ ਹਫਤੇ ਜਿਹੜਾ ਸੀ ਇਹ ਕਤਲ ਹੋਇਆ ਸੀ ਅਮਨਜੋਤ ਬੈਂਸ, ਜਿਸ ਦੀ ਉਮਰ ਜਿਹੜੀ 36 ਸਾਲ ਦੀ ਸੀ। ਸੋ ਇਸ ਮਾਮਲੇ ਵਿੱਚ ਹੁਣ ਪੁਲਿਸ ਨੇ ਜਿਹੜੇ ਦੋ ਨੌਜਵਾਨ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚੋਂ ਇੱਕ ਪੰਜਾਬੀ ਆ ਗੁਰਪ੍ਰੀਤ ਸਿੰਘ, ਜਿਸ ਦੀ ਉਮਰ ਜਿਹੜੀ ਆ 29 ਸਾਲ ਦੱਸੀ ਜਾ ਰਹੀ ਆ। ਔਰ ਇਸ ਨੂੰ ਇਸ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿ ਇਹਨੇ ਜਿਹੜਾ ਕਾਤਲ ਆ ਉਹਦੀ ਮਦਦ ਕੀਤੀ ਹੈ ਇਸ ਕਤਲ ਦੇ ਵਿੱਚ। ਔਰ ਜਿਹੜਾ ਦੂਜਾ ਨੌਜਵਾਨ ਹੈ ਜਿਹਦੀ ਉਮਰ 22 ਸਾਲ ਆ, ਜਿਹਦਾ ਨਾਮ ਜ਼ੇਕਰੀ ਉਗਮ ਅਰਮਨ ਜਿਹੜਾ ਉਹ ਦੱਸਿਆ ਜਾ ਰਿਹਾ, 22 ਸਾਲ ਦੀ ਇਹਦੀ ਉਮਰ ਆ। ਸੋ ਉਸ ਤੋਂ ਵੀ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਔਰ ਫਸਟ ਡਿਗਰੀ ਜਿਹੜੇ ਮਰਡਰ ਦੇ ਚਾਰਜ ਇਸ ਨੌਜਵਾਨ ਉੱਤੇ ਲੱਗੇ ਨੇ। ਸੋ ਹੁਣ ਬਰੈਂਪਟਨ ਦੇ ਵਿੱਚ ਜਿਹੜਾ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਿੱਥੇ ਇਹਨਾਂ ਦਾ ਮਾਮਲਾ ਚੱਲੇਗਾ। ਸੋ ਇਸ ਤਰੀਕੇ ਨਾਲ ਅਮਨਜੋਤ ਬੈਂਸ ਕਿਉਂਕਿ ਕਾਫੀ ਚਰਚਾ ਹੋਈ ਸੀ ਇਸ ਕਤਲ ਤੋਂ ਬਾਅਦ। ਸੋ ਹੁਣ ਇਸ ਕਤਲ ਵਿੱਚ ਵੀ ਲੱਗਦਾ ਕਿ ਜ਼ਰੂਰ ਇਨਸਾਫ ਮਿਲੇਗਾ। ਦੋ ਗ੍ਰਿਫਤਾਰੀਆਂ ਹੋਈਆਂ ਨੇ, ਚਾਰਜ ਵੀ ਕਰ ਲਿਆ ਗਿਆ। ਸੋ ਦੇਖਦੇ ਆ ਕਿ ਹੁਣ ਕਿਸ ਤਰੀਕੇ ਨਾਲ ਇਹ ਮਾਮਲਾ ਅੱਗੇ ਚੱਲਦਾ ਹੈ। ਜੀ ਮਨਦੀਪ ਜੀ, ਬਰੈਂਪਟਨ ਤੋਂ ਵੀ ਇੱਕ ਅਜਿਹਾ ਵੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਰੈਸਟੋਰੈਂਟ ਦੇ ਉੱਪਰ ਕਾਫੀ ਜ਼ਿਆਦਾ ਭੰਨਤੋੜ ਹੋਈ ਸੀ। ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋਈ। ਸੋ ਕੀ ਸੀ ਪੂਰਾ ਮਾਮਲਾ ਤੇ ਇਸ ਬਾਰੇ ਹੁਣ ਕਿਹੜੀ ਅਪਡੇਟ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਬਰੈਂਪਟਨ ਦੇ ਵਿੱਚ ਨਵਾਂ ਹੀ ਰੈਸਟੋਰੈਂਟ ਸੀਗਾ ਤੰਦੂਰੀ ਹਵੇਲੀ, ਉਹਦੇ ਉੱਤੇ ਹਮਲਾ ਹੋਇਆ ਸੀ। ਔਰ ਜਦੋਂ ਵੀਡੀਓ ਦੇਖੀ ਇਸ ਮਾਮਲੇ ਤਾਂ ਅਚਾਨਕ ਜਿਹੜਾ ਸੀ, ਕਿਉਂਕਿ ਸ਼ਾਮ ਦਾ ਟਾਈਮ ਸੀ ਜਿਸ ਵਕਤ ਰੈਸਟੋਰੈਂਟ ਆਮ ਤੌਰ ਤੇ ਬਿਜ਼ੀ ਹੁੰਦੇ ਨੇ, ਔਰ ਰੈਸਟੋਰੈਂਟ ਵਿੱਚ ਜਿਹੜੇ ਬਾਹਰਲੇ ਪਾਸੇ ਵੱਡੇ ਸ਼ੀਸ਼ੇ ਲੱਗੇ ਹੋਏ ਸੀ, ਉੱਥੇ ਅਚਾਨਕ ਕੁਝ ਜਿਹੜੇ ਨੌਜਵਾਨ ਆਉਂਦੇ ਨੇ ਔਰ ਹਮਲਾ ਕਰ ਦਿੰਦੇ ਨੇ, ਸ਼ੀਸ਼ੇ ਤੋੜਦੇ ਨੇ
ਔਰ ਉਹ ਸ਼ੀਸ਼ੇ ਜਦੋਂ ਤੋੜਦੇ ਨੇ ਤਾਂ ਉਸ ਦੌਰਾਨ ਜਿਹੜੇ ਉੱਥੇ ਕੁਝ ਕਸਟਮਰ ਬੈਠੇ ਹੁੰਦੇ ਨੇ ਉਹ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਦੀ ਗਿਣਤੀ 2 ਦੱਸੀ ਜਾਂਦੀ ਹੈ। ਔਰ ਇੱਕ ਤਰੀਕੇ ਨਾਲ ਜਿਹੜਾ ਮਾਹੌਲ ਸੀ ਉਹ ਵੀ ਭੱਜ ਦੌੜ ਵਾਲਾ ਪੈਦਾ ਹੋ ਗਿਆ, ਕਿਉਂਕਿ ਪਤਾ ਨਹੀਂ ਲੱਗਾ ਉੱਥੇ ਕੀ ਹੋ ਰਿਹਾ ਸੀ। ਇੱਕਦਮ ਆ ਕੇ ਜਿਹੜੇ ਸ਼ੀਸ਼ੇ ਤੋੜਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ। ਔਰ ਉਸ ਤੋਂ ਬਾਅਦ ਜਿਹੜਾ ਸੀ ਉੱਥੇ ਪੁਲਿਸ ਨੂੰ ਕਾਲ ਕੀਤੀ ਗਈ, ਪੁਲਿਸ ਨੇ ਮੌਕੇ ਤੇ ਆਈ ਔਰ ਭੱਜਦੇ ਹੋਏ ਜਿਹੜੇ ਕੁਝ ਨੌਜਵਾਨ ਸੀ ਉਹ ਕਾਬੂ ਕਰ ਲਏ ਗਏ ਸੀ, ਜਿਨ੍ਹਾਂ ਦੀ ਪਛਾਣ ਕੁਝ ਇਸ ਤਰੀਕੇ ਨਾਲ ਹੋਈ ਹੈ। ਕੁੱਲ ਪੁਲਿਸ ਦਾ ਕਹਿਣਾ ਕਿ 5 ਨੌਜਵਾਨ ਜਿਹੜੇ ਇਹਦੇ ਵਿੱਚ ਸ਼ਾਮਲ ਸੀ, ਜਿਸ ਤੋਂ 3 ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਦੇ ਨਾਮ ਜਿਹੜੇ ਨੇ ਰਜਿੰਦਰ ਸਿੰਘ ਦੱਸਿਆ ਜਾ ਰਿਹਾ, ਇੱਕ ਦਾ ਨਾਮ ਜਿਹਦੀ ਉਮਰ 27 ਸਾਲ ਆ, ਅਨਮੋਲ ਸੈਣੀ ਜਿਹਦੀ ਉਮਰ 25 ਸਾਲ ਆ, ਤੇ ਇਹਦੇ ਨਾਲ ਹੀ ਪਰਮਵੀਰ ਸਿੰਘ ਦਾ ਨਾਮ ਦੱਸਿਆ ਜਾ ਰਿਹਾ ਜਿਹਦੀ ਉਮਰ 26 ਸਾਲ ਆ। ਸੋ 2 ਜਿਹੜੇ ਹੋਰ ਦੱਸੇ ਜਾ ਰਹੇ ਨੇ, ਪੁਲਿਸ ਵੱਲੋਂ ਕਿਹਾ ਗਿਆ ਕਿ ਉਹ ਹਲੇ ਫਰਾਰ ਨੇ, ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਸੋ ਕਹਾਣੀਆਂ ਬਹੁਤ ਸਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਜਿਹੜੇ ਰੈਸਟੋਰੈਂਟ ਦੇ ਮਾਲਕ ਨੇ ਉਹ ਇਹ ਦੋਸ਼ ਲਾ ਰਹੇ ਨੇ ਕਿ ਪਹਿਲਾਂ ਵੀ ਉਹਨਾਂ ਨੂੰ ਧਮਕੀਆਂ ਜਿਹੜੀਆਂ ਉਹ ਮਿਲਦੀਆਂ ਰਹੀਆਂ ਨੇ, ਪਰ ਅਚਾਨਕ ਉਸ ਦਿਨ ਕਹਿੰਦੇ ਹਮਲਾ ਹੋਇਆ, ਕੁਝ ਸਮਝ ਨਹੀਂ ਆ ਰਿਹਾ। ਕੁਝ ਹੋਰ ਉਹਨਾਂ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਕੀਤੀਆਂ ਜਾ ਰਹੀਆਂ ਨੇ। ਸੋ ਪੁਲਿਸ ਇਸ ਮਾਮਲੇ ਦੀ ਜਾਂਚ ਜਿਹੜੀ ਉਹ ਕਰ ਰਹੀ ਹੈ, ਪਰ ਆਪਣੇ ਤਰੀਕੇ ਦਾ ਪਹਿਲਾ ਇਹ ਮਾਮਲਾ ਆ। ਸੋ ਦੇਖਦੇ ਹਾਂ ਕਿ ਇਸ ਜਾਂਚ ਦੇ ਵਿੱਚ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ। ਜੀ ਮਨਦੀਪ ਜੀ, ਓਨਟਾਰੀਓ ਵੱਲੋਂ ਵੀ ਅੱਜ ਇੱਕ ਨਵਾਂ ਐਲਾਨ ਕੀਤਾ ਗਿਆ ਹੈ। ਪ੍ਰੀਮੀਅਰ ਡਗਫੋਰਡ ਨੇ ਦੱਸਿਆ ਹੈ ਕਿ ਹੁਣ ਸੂਬੇ ਤੋਂ ਕਿਹੜੀਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ। ਮਾਸਕ ਪੂਰੀ ਤਰ੍ਹਾਂ ਹਟਾਉਣ ਦੀ ਵੀ ਗੱਲ ਜਿਹੜੀ ਉਹਨਾਂ ਵੱਲੋਂ ਆਖੀ ਗਈ ਹੈ। ਸੋ ਪ੍ਰੀਮੀਅਰ ਡਗਫੋਰਡ ਵੱਲੋਂ ਓਨਟਾਰੀਓ ਦੇ ਵਾਸਤੇ ਅੱਜ ਕਿਹੜਾ ਐਲਾਨ ਕੀਤਾ ਗਿਆ, ਕਿਹੜੀਆਂ ਪਾਬੰਦੀਆਂ ਤੋਂ ਹੁਣ ਰਾਹਤ ਦਿੱਤੀ ਜਾ ਰਹੀ ਹੈ? ਬਿਲਕੁਲ ਜੀ, ਪਰਾਤਰ ਤਰੀਕੇ ਨਾਲ ਜਿਹੜਾ ਵਾ ਵੱਖੋ ਵੱਖਰੇ ਜਿਹੜੇ ਐਲਾਨ ਹੈ ਕੀਤੇ ਜਾ ਰਹੇ ਆ ਔਰ ਰਾਹਤ ਦਿੱਤੀ ਜਾ ਰਹੀ ਆ। ਔਰ ਇਹਦੇ ਨਾਲ ਹੀ ਹੁਣ ਜਿਹੜੀ ਤਾਜ਼ਾ ਐਲਾਨ ਆਏ ਨੇ ਉਹਦੇ ਵਿੱਚ ਇਹ ਆ ਕਿ 25 ਅਕਤੂਬਰ ਤੋਂ ਜਿਹੜਾ ਵਾ ਜਿਹੜੇ ਰੈਸਟੋਰੈਂਟ ਆ, ਜਿਮ ਆ, ਜਾਂ ਕੁਝ ਜਿਹੜੀਆਂ ਇੰਡੋਰ ਥਾਵਾਂ ਨੇ ਜਿੱਥੇ ਵੈਕਸੀਨੇਸ਼ਨ ਦਾ ਜਿਹੜਾ ਪ੍ਰੂਫ ਹੈ ਉਹ ਰਿਕੁਆਇਰਡ ਆ, ਤੁਹਾਨੂੰ ਪ੍ਰੂਫ ਆਫ ਵੈਕਸੀਨੇਸ਼ਨ ਦਿਖਾ ਕੇ ਜਿੱਥੇ ਜਾਣਾ ਪੈਂਦਾ ਆ, ਉੱਥੇ ਜਿਹੜੀ ਆ ਹੁਣ ਕਪੈਸਿਟੀ ਲਿਮਟ ਜਿਹੜੀ ਘਟਾਈ ਗਈ ਸੀ ਉਹ ਹੁਣ ਜਿਹੜੀ ਆ ਉਹ ਬੈਨ ਲਿਫਟ ਕਰ ਦਿੱਤਾ ਜਾਵੇਗਾ 25 ਅਕਤੂਬਰ ਤੋਂ। ਸੋ ਹੁਣ ਉਹ ਪਾਬੰਦੀ ਉੱਤੇ ਜਿਹੜਾ ਵਾ ਮਾਫ ਕਰਨਾ, ਕਪੈਸਿਟੀ ਉੱਤੇ ਜਿਹੜੀ ਆ ਕੋਈ ਪਾਬੰਦੀ ਜਿਹੜੀ ਆ ਉਹ ਨਹੀਂ ਰਹੇਗੀ। ਪਰ ਇੰਨਾ ਜ਼ਰੂਰ ਹੈ ਕਿ ਉਹਨਾਂ ਇੰਡੋਰ ਸਪੇਸਿਸ ਉੱਤੇ ਤੁਹਾਨੂੰ ਮਾਸਕ ਜਿਹੜਾ ਵਾ ਉਹ ਪਹਿਲਾਂ ਵਾਂਗ ਜ਼ਰੂਰ ਪਾਉਣਾ ਪਵੇਗਾ। ਸੋ ਹੌਲੀ ਹੌਲੀ ਜਿਹੜੀਆਂ ਵਾ ਇਹ ਸਾਰੀਆਂ ਪੜਾਦਰ ਪੜਾ ਜਿਹੜੀਆਂ ਪਾਬੰਦੀਆਂ ਹਟਾਈਆਂ ਜਾਣਗੀਆਂ। ਸੋ ਸਭ ਤੋਂ ਪਹਿਲਾਂ ਤਾਂ ਕਪੈਸਿਟੀ ਵਾਲੀ ਮੰਗ ਤਾਂ, ਕਿਉਂਕਿ ਕਾਫੀ ਦਿਨਾਂ ਤੋਂ ਉੱਥੋਂ ਦੇ ਜਿਹੜੇ ਰੈਸਟੋਰੈਂਟ ਮਾਲਕ ਸੀ ਉਹ ਤਾਂ ਕਰ ਹੀ ਰਹੇ ਸੀਗੇ। ਸੋ ਉਹਦੇ ਵਿੱਚ ਹੁਣ ਜਿਹੜਾ ਵਾ ਜੇਕਰ ਅਸੀਂ ਕਹੀਏ ਤਾਂ ਪੂਰੇ ਅਗਲੇ 6 ਮਹੀਨਿਆਂ ਵਿੱਚ ਕਿਹਾ ਜਾ ਰਿਹਾ ਕਿ ਇਹ ਸਾਰੀਆਂ ਪਾਬੰਦੀਆਂ ਜਿਹੜੀਆਂ ਹਟਾਈਆਂ ਜਾਣਗੀਆਂ। ਇਹਦੇ ਵਿੱਚ ਅਗਲੀ ਮਾਰਚ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਗਲੀ ਮਾਰਚ ਤੱਕ ਨਾ ਤਾਂ ਕਪੈਸਿਟੀ ਦੀ ਲਿਮਟ ਰਹੇਗੀ। ਖੈਰ ਕਪੈਸਿਟੀ ਲਿਮਟ ਤਾਂ ਹੁਣ ਵੀ ਹਟਾ ਦਿੱਤੀ ਗਈ ਆ, ਪਰ ਉਦੋਂ ਫਿਰ ਮਾਸਕ ਪਾਉਣਾ ਵੀ ਜਿਹੜਾ ਕਹਿੰਦੇ ਲਾਜ਼ਮੀ ਨਹੀਂ ਹੋਊਗਾ, ਤੁਹਾਡੀ ਚੁਆਇਸ ਹੋਊਗੀ। ਤੁਸੀਂ ਮਾਸਕ ਪਾ ਸਕਦੇ ਹੋ, ਨਹੀਂ ਪਾ ਸਕਦੇ ਹੋ, ਤੁਹਾਡੀ ਮਰਜ਼ੀ ਆ। ਸੋ ਇਹਦੇ ਨਾਲ ਹੀ 17 ਜਨਵਰੀ ਤੋਂ ਦੱਸਿਆ ਜਾ ਰਿਹਾ ਕਿ ਜਿੱਥੇ ਵੈਕਸੀਨ ਦਾ ਸਬੂਤ ਦਿਖਾਉਣਾ ਲਾਜ਼ਮੀ ਨਹੀਂ ਆ, 17 ਜਨਵਰੀ ਤੋਂ ਉੱਥੇ ਵੀ ਜਿਹੜੀ ਕੋਈ ਕਪੈਸਿਟੀ ਲਿਮਟ ਜਿਹੜੀ ਉਹ ਨਹੀਂ ਰਹੇਗੀ। ਸੋ ਪੜਾਦਰ ਪੜਾ ਇੱਕ ਰੀਓਪਨਿੰਗ ਪਲਾਨ ਜਿਹੜਾ ਵਾ ਉਹ ਅੰਟਾਰੀਓ ਸਰਕਾਰ ਵੱਲੋਂ ਜਿਹੜਾ ਜਾਰੀ ਕੀਤਾ ਜਾ ਰਿਹਾ। ਹਾਲਾਂਕਿ ਵੈਕਸੀਨੇਸ਼ਨ ਦੇ ਮਾਮਲੇ 'ਚ ਦੇਖੀਏ ਤਾਂ ਅੰਟਾਰੀਓ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਵੈਕਸੀਨੇਸ਼ਨ ਹੋ ਰਹੀ ਆ। ਔਰ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਦੱਸਿਆ ਕਿ 5 ਤੋਂ 11 ਸਾਲ ਦੇ ਬੱਚਿਆਂ ਲਈ ਹਲੇ ਵੈਕਸੀਨੇਸ਼ਨ ਜਿਹੜੀ ਅਪਰੂਵ ਨਹੀਂ ਕੀਤੀ ਗਈ ਹੈਲਥ ਕੈਨੇਡਾ ਤੋਂ, ਪਰ ਅੰਟਾਰੀਓ ਵੱਲੋਂ ਆਲਰੇਡੀ ਆਪਣਾ ਜਿਹੜਾ ਪਲਾਨ ਆ ਉਹ ਰੋਲ ਆਊਟ ਕਰ ਦਿੱਤਾ ਗਿਆ। ਪੂਰੀ ਤਿਆਰੀ ਉਹਨਾਂ ਨੇ ਕਰ ਲਈ ਆ। ਜਿਵੇਂ ਹੀ ਜਿਹੜੀ ਅਪਰੂਵਲ ਮਿਲਦੀ ਆ, ਜਿਵੇਂ ਕਿ ਅਨੀਤਾ ਆਨੰਦ ਹੋਣਾ ਨੇ ਦੱਸਿਆ ਸੀਗਾ ਕਿ 2.9 ਮਿਲੀਅਨ ਜਿਹੜੇ ਟੀਕੇ ਨੇ ਉਹ ਤਿਆਰ ਪਏ ਨੇ। ਕਹਿੰਦੇ ਜਦੋਂ ਹੈਲਥ ਕੈਨੇਡਾ ਅਪਰੂਵਲ ਕਰਦਾ ਤਾਂ ਟੀਕੇ ਸਾਨੂੰ ਮਿਲ ਜਾਣਗੇ, ਸਾਡੇ ਕੋਲ ਆ ਜਾਣਗੇ। ਉਸ ਤੋਂ ਬਾਅਦ ਕਹਿੰਦੇ ਅਸੀਂ ਉਹ ਲਾਉਣੇ ਸ਼ੁਰੂ ਕਰ ਦੇਵਾਂਗੇ। ਸੋ ਇਸ ਤਰੀਕੇ ਨਾਲ ਜੇਕਰ ਵੱਡੇ ਤਰੀਕੇ ਨਾਲ ਇਸੇ ਤਰੀਕੇ ਨਾਲ ਵੈਕਸੀਨੇਸ਼ਨ ਹੁੰਦੀ ਰਹਿੰਦੀ ਆ ਤਾਂ ਜੋ ਇਹ ਪਲਾਨ ਆ ਉਹ ਸਾਰਾ ਲਾਗੂ ਹੋ ਸਕਦਾ ਹੈ। ਜੀ ਮਨਦੀਪ ਜੀ, ਵੈਕਸੀਨੇਸ਼ਨ ਵੀ ਜ਼ਿਆਦਾ ਲੋਕਾਂ ਨੂੰ ਲੱਗ ਰਹੀ ਹੈ, ਹੁਣ ਪਾਬੰਦੀਆਂ ਤੋਂ ਰਾਹਤ ਵੀ ਦਿੱਤੀ ਜਾ ਰਹੀ ਹੈ, ਪਰ ਇੱਥੇ ਸਵਾਲ ਜਿਹੜਾ ਹੈ ਉਹ ਇਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਕਿ ਹੁਣ ਹੈਲੋਵੀਨ ਦਾ ਤਿਉਹਾਰ ਜਿਹੜਾ ਹੈ ਉਹ ਨੇੜੇ ਆ ਰਿਹਾ, ਉਸਨੂੰ ਕਿਸ ਤਰ੍ਹਾਂ ਮਨਾਇਆ ਜਾਏਗਾ? ਪ੍ਰੋਵਿੰਸਸ ਤੋਂ ਇਸ ਬਾਰੇ ਕੀ ਜਾਣਕਾਰੀ ਆਈ ਹੈ? ਬਿਲਕੁਲ ਜੀ, ਆਪਾਂ ਹਰ ਵਾਰ ਦਰਸ਼ਕਾਂ ਨੂੰ ਇਹ ਦੱਸਦੇ ਆ ਕਿਉਂਕਿ ਸਰਕਾਰ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਜਿਹੜੇ ਵੀ, ਕਿਉਂਕਿ ਹੁਣ ਅਸੀਂ ਇਹੀ ਕਹਿ ਸਕਦੇ ਹਾਂ ਕਿ ਤਿਉਹਾਰਾਂ ਦਾ ਇੱਕ ਸੀਜ਼ਨ ਆ ਰਿਹਾ। ਪਿਛਲੇ ਦਿਨੀ ਥੈਂਕਸਗਿਵਿੰਗ ਲੰਘ ਕੇ ਗਿਆ ਔਰ ਹੁਣ ਅੱਗੇ ਜਿਹੜਾ ਵਾ ਕ੍ਰਿਸਮਸ ਆਉਣੀ ਹੈ, ਉਸ ਤੋਂ ਪਹਿਲਾਂ ਵੀ ਕੁਝ ਹੋਰ ਤਿਉਹਾਰ ਆਉਣੇ ਆ। ਕ੍ਰਿਸਮਸ ਸਭ ਤੋਂ ਵੱਡਾ ਤਿਉਹਾਰ ਅਸੀਂ ਕਹਿ ਸਕਦੇ ਹਾਂ, ਫਿਰ ਨਵਾਂ ਸਾਲ ਚੜ੍ਹਨਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਲੋਕ ਬਾਹਰ ਨਿਕਲਦੇ ਨੇ, ਇੱਕ ਦੂਜੇ ਨੂੰ ਮਿਲਦੇ ਗਿਲਦੇ ਨੇ, ਖੁਸ਼ੀਆਂ ਮਨਾਉਂਦੇ ਨੇ। ਸੋ ਇਸ ਮੌਕੇ ਕੋਵਿਡ ਦਾ ਵੀ ਧਿਆਨ ਰੱਖਿਆ ਜਾਣਾ ਜ਼ਰੂਰੀ ਆ, ਜੋ ਸਰਕਾਰ ਵੱਲੋਂ ਕਿਹਾ ਜਾ ਰਿਹਾ। ਜਿਵੇਂ ਥੈਂਕਸਗਿਵਿੰਗ ਤੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਸੀ, ਉਸੇ ਤਰੀਕੇ ਨਾਲ ਐਕਟਿਵ ਵੀ ਹੈ ਕਿ ਵੱਧ ਤੋਂ ਵੱਧ ਉਹਨਾਂ ਲੋਕਾਂ ਦਾ ਤਿਉਹਾਰ ਮਨਾਓ ਜਿਨ੍ਹਾਂ ਦੇ ਵੈਕਸੀਨੇਸ਼ਨ ਲੱਗੀ ਹੋਈ ਆ,
ਜੇਕਰ ਤੁਹਾਡੇ ਕੋਲ ਸਰਕਲ ਦੇ ਵਿੱਚ ਪਰਿਵਾਰ 'ਚ ਕੋਈ ਇਹੋ ਜਿਹਾ ਵਿਅਕਤੀ ਹੈਗਾ ਵੀ ਆ ਜਿਹਦੇ ਵੈਕਸੀਨ ਨਹੀਂ ਲੱਗੀ ਹਾਲੇ ਤੱਕ, ਤਾਂ ਪਹਿਲਾਂ ਤਾਂ ਕਹਿੰਦੇ ਉਹਨੂੰ ਕਨਵਿੰਸ ਕਰੋ ਕਿ ਉਹ ਵੀ ਵੈਕਸੀਨ ਲਗਵਾਵੇ, ਔਰ ਫਿਰ ਵੀ ਜੇਕਰ ਰਹਿ ਜਾਂਦਾ ਆ ਤਾਂ ਇਸ ਤਰੀਕੇ ਦਾ ਪਲਾਨ ਕੀਤਾ ਜਾਵੇ ਤਾਂ ਉਸ ਵਿਅਕਤੀ ਦੇ ਕਰਕੇ ਹੋਰ ਪ੍ਰਭਾਵਿਤ ਨਾ ਹੋਣ। ਤੁਸੀਂ ਕੁਝ ਆਊਟਡੋਰ ਪਲਾਨ ਕਰੋ ਜਾਂ ਕੁਝ ਹੋਰ ਤਰੀਕੇ ਨਾਲ ਹੈਲੋਵੀਨ ਮਨਾਓ, ਮਾਸਕ ਜ਼ਰੂਰ ਪਾਓ। ਸੋ ਇਸ ਤਰੀਕੇ ਦੀਆਂ ਜਿਹੜੀਆਂ ਹਦਾਇਤਾਂ ਲਗਾਤਾਰ ਜਿਹੜੀਆਂ ਸਰਕਾਰ ਦਿੱਤੀਆਂ ਜਾ ਰਹੀਆਂ ਨੇ। ਮੇਨ ਗੱਲ ਇਹੀ ਆ ਕਿ ਸੇਫਲੀ ਜਿਹੜਾ ਵਾ ਹਰ ਤਿਉਹਾਰ ਮਨਾਓ, ਔਰ ਕੋਵਿਡ ਦਾ ਧਿਆਨ ਜ਼ਰੂਰ ਰੱਖੋ। ਕੋਵਿਡ ਦੇ ਜਿਹੜੀਆਂ ਹਦਾਇਤਾਂ ਨੇ ਉਹਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਿਆ ਜਾਵੇ। ਜੀ ਬਿਲਕੁਲ। ਇਸ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦਾ ਜ਼ਿਕਰ ਕੀਤਾ ਹੈ, ਇਹਨਾਂ ਦੇ ਉੱਪਰ ਵਿਚਾਰ ਚਰਚਾ ਹੋਈ ਹੈ। ਬਾਕੀ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।